Hello students, welcome to my YouTube channel The Quest Maths for All by Toor Sir. This is Dr. RPS Toor. ਅੱਜ ਆਪਾਂ 12th ਕਲਾਸ ਦਾ ਡਿਟਰਮੀਨੈਂਟ ਚੈਪਟਰ ਦੀ ਸੋਲੂਸ਼ਨ ਸੀਰੀਜ਼ ਸ਼ੁਰੂ ਕਰਦੇ ਹਾਂ ਔਰ ਬਿਗਿਨਿੰਗ ਵਿਦ ਆਵਰ ਫਰਸਟ ਐਕਸਰਸਾਈਜ਼ ਆਫ ਚੈਪਟਰ 4th ਰਾਈਟ। ਤਾਂ ਫਰਸਟ ਕੁਐਸਚਨ ਜਿਹੜਾ ਹੈਗਾ ਮੈਂ ਇੱਥੇ ਲਿਖਿਆ ਹੈ ਔਰ ਦੇਖੋ ਫਰਸਟ ਐਕਸਰਸਾਈਜ਼ ਵੈਸੇ ਵੀ ਬਹੁਤ ਈਜ਼ੀ ਹੈ ਕਿ ਆਪਾਂ ਉਹਦੇ ਡਿਟਰਮੀਨੈਂਟਸ ਕੱਢਨੇ ਆ। ਤਾਂ ਜਿੰਨੇ ਵੀ ਡਿਟਰਮੀਨੈਂਟਸ ਨੂੰ ਮੈਥਡ ਸਮਝ ਲਿਆ ਉਹਦਾ ਕਿ ਆਪਾਂ ਉਹਨੂੰ ਕਿਵੇਂ ਕੱਢਨੇ ਆ, ਕਿਵੇਂ ਆਪਾਂ ਉਹਨੂੰ ਸੋਲਵ ਕਰਨਾ ਹੈ, ਹਾਊ ਟੂ ਐਕਸਪੈਂਡ ਫਰੋਮ ਰੋਜ਼ ਔਰ ਹਾਊ ਟੂ ਐਕਸਪੈਂਡ ਫਰੋਮ ਕਾਲਮਸ, ਉਹ ਬੱਚਾ ਇਸ ਐਕਸਰਸਾਈਜ਼ ਨੂੰ ਬੜੇ ਆਸਾਨੀ ਨਾਲ ਕਰ ਜਾਏ। ਸੋ ਮੈਥਡ ਸਮਝਣਾ, ਟੌਪਿਕ ਸਮਝਣਾ ਔਰ ਕਿਸ ਤਰ੍ਹਾਂ ਨਾਲ ਕੁਐਸਚਨ ਸੋਲਵ ਹੁੰਦਾ ਹੈ। ਅਗਰ ਤੁਸੀਂ ਇੱਕ ਵੀ ਮੈਥਡ ਸਮਝ ਜਾਂਦੇ ਹੋ ਤਾਂ ਉਹਦੇ ਤੋਂ ਰਿਲੇਟਡ ਸਾਰੇ ਕੁਐਸਚਨਸ ਬੜੇ ਈਜ਼ੀਲੀ ਸੋਲਵ ਹੋ ਜਾਂਦੇ ਨੇ। ਤਾਂ ਜਿਵੇਂ ਕਿ ਫਸਟ ਕੁਐਸਚਨ ਹੈ ਉਹ ਕਹਿੰਦਾ ਹੈ ਇਵੈਲੂਏਟ ਥੀਸ ਡਿਟਰਮੀਨੈਂਟਸ। ਫਸਟ ਕੁਐਸਚਨ ਦਾ ਫਸਟ ਪਾਰਟ ਹੈ 2 4 5 1। ਤਾਂ ਦੋ ਆਰਡਰ ਦਾ ਡਿਟਰਮੀਨੈਂਟ ਹੈ ਤਾਂ ਦਾ ਸੋਲੂਸ਼ਨ ਸਿੱਧਾ ਯੂ ਹੈਵ ਟੂ ਜਸਟ ਕ੍ਰੋਸ ਮਲਟੀਪਲੀਕੇਸ਼ਨ एक्सपैंड यू कैन से कि एक्सपैंड कर रहे हैं आप एक्सपैंड दिस डिटरमिनेंट कितना आएगा 2 × -1 और माइनस फार्मूला यूज करते हैं आप है ना। जो इधरों आइए तो प्लस है और माइनस तो नीचे तो ऊपर जा रहे हैं तो माइनस आता है अपने को, ठीक है। -4 × दिस और -5 × 4 तो -2 +20 तो +18 आंसर। इस तरह ही ਇਹਦੇ ਵਿੱਚੋਂ ਦੇਖੋ ਇੱਕ ਕੁਐਸਚਨ ਇੱਕ ਪਾਰਟ ਮੈਂ ਤੁਹਾਨੂੰ ਕਰਵਾ ਦੇਣਾ। ਯੂ ਹੈਵ ਟੂ ਮਲਟੀਪਲਾਈ ਦਿਸ ਵਿਦ ਦਿਸ cos square θ plus sin square θ, ਕਿਉਂਕਿ ਇੱਕ ਮਾਈਨਸ ਆ ਜਾਏਗਾ ਤਾਂ ਆਨਸਰ 1 ਆਏਗਾ ਇਹਦਾ। ਇਹਨਾਂ ਨੂੰ ਦੇਖੋ ਮਲਟੀਪਲਾਈ ਕਰਾਂਗੇ। ਸੈਕਿੰਡ ਦਾ ਸੈਕਿੰਡ ਪਾਰਟ this with this x square minus plus 1 into x plus 1 minus this into this x plus 1 into x minus 1. Now you have to multiply these two and these two factors, taking x plus 1 as common, so you have x square minus x plus 1 minus x plus 1, so this will cancel out. You will left with x plus 1 inside the bracket x square plus 2. Now multiply these two brackets, x cube 2x plus x square plus 2. This is your answer of this determinant. थर्ड क्वेश्चन ਵਿੱਚ ਉਹ ਕਹਿ ਰਿਹਾ ਹੈ ਕਿ ਅਗਰ ਤੁਹਾਨੂੰ ਇੱਕ ਮੈਟ੍ਰਿਕਸ ਦਿੱਤੀ ਹੋਈ ਹੈ ਦੋ ਆਰਡਰ ਦੀ ਐਂਡ ਔਰ ਅਗਰ ਇਸ ਮੈਟ੍ਰਿਕਸ ਨੂੰ ਆਪਾਂ 2 ਨਾਲ ਮਲਟੀਪਲਾਈ ਕਰ ਦਈਏ ਫਿਰ ਡਿਟਰਮੀਨੈਂਟ ਕੱਢੀਏ ਤਾਂ ਅਗਰ ਪਹਿਲੇ ਕੱਢ ਦਈਏ ਤਾਂ 4 ਨਾਲ ਮਲਟੀਪਲਾਈ ਕਰਕੇ ਬਰਾਬਰ ਆਏਗਾ। ਤਾਂ ਲੈਫਟ ਹੈਂਡ ਸਾਈਡ ਪਹਿਲੇ ਦੇਖਦੇ ਹਾਂ। ਲੈਫਟ ਹੈਂਡ ਸਾਈਡ ਦਾ ਮਤਲਬ ਹੈ ਕਿ ਤੁਸੀਂ ਪਹਿਲੇ ਇਸ ਮੈਟ੍ਰਿਕਸ ਨੂੰ 2 ਨਾਲ ਮਲਟੀਪਲਾਈ ਕਰ ਦੇਣਾ ਹੈ, ਠੀਕ ਹੈ। ਤਾਂ ਕਿੰਨਾ ਆਏਗਾ 2 4 8 ਤੇ 4। ਹੁਣ ਇਹਦਾ ਡਿਟਰਮੀਨੈਂਟ ਕੱਢ ਲਓ। ਆਪਾਂ ਕੀ ਕੱਢ ਰਹੇ ਹਾਂ? ਡਿਟਰਮੀਨੈਂਟ ਕੱਢ ਰਹੇ ਹਾਂ 2a ਦਾ। ਤਾਂ ਮੈਟ੍ਰਿਕਸ ਦੇ ਹਰ ਇੱਕ ਐਲੀਮੈਂਟ ਨੂੰ 2 ਨਾਲ ਮਲਟੀਪਲਾਈ ਕੀਤਾ ਹੈ ਆਪਾਂ। ਸੋ 8 32, ਠੀਕ ਹੈ। ਕਿੰਨਾ ਆ ਗਿਆ -24। ਇਹ ਆਪਾਂ ਕੱਢ ਕੇ ਰੱਖ ਲਿਆ। ਹੁਣ a ਕੱਢੋ, ਓਨਲੀ ਸਿੰਪਲੀ a। ਆ ਆਪਾਂ ਕੱਢ ਰਹੇ ਸੀਗੇ ਲੈਫਟ ਹੈਂਡ ਸਾਈਡ ਦੇ ਵਿੱਚ 2a ਦਾ ਡਿਟਰਮੀਨੈਂਟ ਕੱਢ ਰਹੇ ਸੀ ਆਪਾਂ, ਰਾਈਟ। ਹੁਣ a ਦਾ ਕੱਢਦੇ ਆ, ਇਹਦਾ ਡਾਇਰੈਕਟ ਕੱਢਣਾ ਹੈ ਆਪਾਂ 2 - 8, ਠੀਕ ਹੈ। ਇਹ ਆਪਾਂ ਡਿਟਰਮੀਨੈਂਟ ਕੱਢਿਆ, ਕਿੰਨਾ ਆ ਗਿਆ -6। ਤਾਂ -6 ਨੂੰ ਹੁਣ ਤੁਸੀਂ 4 ਨਾਲ ਮਲਟੀਪਲਾਈ ਕਰ ਰਹੇ ਆ ਤਾਂ ਕਿੰਨਾ ਆ ਗਿਆ -24। ਦੇਖੋ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਸਿਮਿਲਰਲੀ ਇਜ਼ ਫॉर द फोर्थ ਕੁਐਸਚਨ, ਉਹਦੇ ਵਿੱਚ ਤੁਹਾਨੂੰ 3 ਆਰਡਰ ਦਾ ਡਿਟਰਮੀਨੈਂਟ ਦਿੱਤਾ ਹੋਇਆ ਹੈ। ਫਿਫਥ ਕੁਐਸਚਨ ਵੀ ਬਿਲਕੁਲ ਲਗਭਗ ਸੇਮ ਹੀ ਹੈ। ਉਹਦੇ ਵਿੱਚ ਮੈਂ ਤੁਹਾਨੂੰ ਉਹਦੀ ਸਟੇਟਮੈਂਟ ਦਿਖਾ ਦਿੰਨਾ। फोर्थ क्वेश्चन ਵਿੱਚ ਤੁਹਾਨੂੰ ਉਹ 3 ਆਰਡਰ ਦੀ ਇੱਕ ਮੈਟ੍ਰਿਕਸ ਦੇ ਰਿਹਾ ਹੈ ਐਂਡ ਇਜ਼ ਆਸਕਿੰਗ ਯੂ ਟੂ ਪ੍ਰੂਵ ਦ ਡਿਟਰਮੀਨੈਂਟ ਆਫ 3a ਇਜ਼ ਇਕੁਅਲ ਟੂ 27 ਟਾਈਮਸ ਦ ਡਿਟਰਮੀਨੈਂਟ ਆਫ a। ਤਾਂ ਸੇਮ ਕੁਐਸਚਨ ਹੈ ਇਹਦੇ ਨਾਲ ਦਾ ਹੀ। ਡਿਟਰਮੀਨੈਂਟ ਆਫ 2a ਇਜ਼ 4 ਟਾਈਮ ਦ ਡਿਟਰਮੀਨੈਂਟ ਆਫ a, ਰਾਈਟ। ਫਿਫਥ ਕੁਐਸਚਨ ਵਿੱਚ ਤੁਹਾਨੂੰ ਉਹ ਪਾਰਟਸ ਦੇ ਰਿਹਾ ਹੈ ਜਿਹਦੇ ਵਿੱਚ ਤੁਹਾਨੂੰ 3 ਆਰਡਰ ਦੇ ਡਿਟਰਮੀਨੈਂਟਸ ਨੂੰ ਸੋਲਵ ਕਰਨਾ ਹੈ ਐਂਡ ਦੈਟ ਇਜ਼ ਜਸਟ ਲਾਈਕ ਆਵਰ ਕੁਐਸਚਨ ਨੰਬਰ 6। ਇਹਦੇ ਵਿੱਚ ਤੁਹਾਨੂੰ ਇੱਕ 3 ਆਰਡਰ ਦੀ ਮੈਟ੍ਰਿਕਸ ਦਿੱਤੀ ਹੈ ਔਰ ਤੁਸੀਂ ਇਸ ਦੇ ਦਾ ਡਿਟਰਮੀਨੈਂਟ ਨਿਕਾਲ ਕੇ ਦਿਖਾਣਾ ਹੈ। ਤੋ ਆਪਾਂ r1 ਨਾਲ ਐਕਸਪੈਂਡ ਕਰ ਦਈਏ ਇਹਨੂੰ। ਤੁਹਾਨੂੰ ਮੈਂ ਸਿਖਾਇਆ ਹੀ ਸੀਗਾ ਕਿਹਦੇ ਨਾਲ, ਕਿਸੇ ਇੱਕ ਚੀਜ਼ ਨਾਲ, ਚਾਹੇ ਰੋ 1 ਔਰ ਚਾਹੇ ਕਾਲਮ 1 ਜਾਂ ਰੋ 2 ਕਾਲਮ 2 ਰੋ 3 ਕਾਲਮ 3, ਜਿਹਦੇ ਨਾਲ ਵੀ ਤੁਸੀਂ ਐਕਸਪੈਂਡ ਕਰਨਾ ਚਾਹੋ ਕਰ ਸਕਦੇ ਹੋ। ਤਾਂ ਮੈਂ r1 ਨਾਲ ਕਰ ਰਿਹਾ 1 ਐਜ਼ ਇਟ ਇਜ਼, this multiplied with this, ठीक है, -9 + 12
minus 1. The position is 1 2. Here is 1 1, right? And here is 1 3. तो इतने माइनस आएगा आ प्लस, ठीक है? तो इतने माइनस आ गया, आ एलिमिनेटेड एनु ਇਹਦੇ ਨਾਲ ਮਲਟੀਪਲਾਈ, एनु ਇਹਦੇ ਨਾਲ ਮਲਟੀਪਲਾਈ, तो कितना आ गया -18 प्लस 15 प्लस आ डिलीटेड होने एनु ਇਹਦੇ ਨਾਲ ਮਲਟੀਪਲਾਈ, एनु ਇਹਦੇ ਨਾਲ ਮਲਟੀਪਲਾਈ, सो 8 -5, राइट? समझ आ गया होना? आ +10, ठीक है, आ भी +10 क्योंकि -10 बाहर है, और आ भी +10, द आंसर इज 9, राइट? 7th क्वेश्चन ਵਿੱਚ ਕੀ ਕਹਿ ਰਿਹਾ ਤੁਹਾਨੂੰ? 7th क्वेश्चन कह रहा है दो डिटरमिनेंट्स ਤੁਹਾਨੂੰ ਬਰਾਬਰ ਦਿੱਤੇ ਹੋਏ ਨੇ, ਇਕੁਅਲ ਦਿੱਤੇ ਹੋਏ ਨੇ, ਐਂਡ ਯੂ ਹੈਵ ਟੂ ਫਾਈਂਡ ਆਊਟ ਦ ਵੈਲਿਊ ਆਫ x। ਸੋ ਆਪਾਂ ਫਸਟ ਪਾਰਟ ਕਰ ਲੈਨੇ ਆ ਇਹਦਾ। ਕੀ ਕਹਿੰਦਾ? ਦੋਨਾਂ ਨੂੰ ਇਕੁਅਲ ਹੈ ਤਾਂ ਪਹਿਲੇ ਡਿਟਰਮੀਨੈਂਟਸ ਕੱਢ ਲਓ ਨਾ, ਫਿਰ दो ऑर्डर का डिटरमिनेंट है 2 - 20, दिस इज इक्वल टू, मल्टीप्लाई दिस विद दिस, 2x² 24, इतने कितना आ गया -18, x² -12, this will cancel with this -9, so x² is equal to 12 and -9 है ना, ਤੇ 12 ਇੱਧਰ ਜਾਏਗਾ ਤਾਂ ਲੈਫਟ ਸਾਈਡ ਲੈ ਜਾਂਦੇ ਆ ਉਹਨੂੰ, ਤਾਂ +3 ਆ ਜਾਏਗਾ, ਠੀਕ ਹੈ? x is equal to ±300, ਆਂਸਰ ਆ ਗਿਆ। ਤਾਂ x ਦੀ ਵੈਲਿਊ ਜਿਹੜੀ ਹੈਗੀ ਆ ਉਹ ±300 ਆ ਗਈ। ਸਿਮਿਲਰਲੀ ਯੂ ਕੈਨ ਸੋਲਵ ਦਿਸ ਕੁਐਸਚਨ। ਤਾਂ ਔਰ 8th ਕੁਐਸਚਨ ਵੀ ਬਿਲਕੁਲ ਸੇਮ ਹੈ, ਉਹਦੇ ਵਿੱਚ ਤੁਹਾਨੂੰ ਡਿਫਰੈਂਟ ਪਾਰਟਸ ਦੇ ਮਲਟੀਪਲ ਚੋਇਸ ਕੁਐਸਚਨ ਦਿੱਤਾ ਹੋਇਆ ਹੈ ਕਿ ਦੋ ਡਿਟਰਮੀਨੈਂਟ ਇਕੁਅਲ ਹੈ, ਫਾਈਂਡ ਆਊਟ ਦ ਵੈਲਿਊ ਆਫ x ਦੀ ਵੈਲਿਊ ਫਾਈਂਡ ਆਊਟ ਕਰੋ, ਔਰ ਮਲਟੀਪਲ ਚੋਇਸ ਕੁਐਸਚਨ ਵਿੱਚ ਦੇਖ ਲਓ ਕਿ ਕਿਹੜੀ ਵੈਲਿਊ ਉਹਨੂੰ ਰਾਈਟ ਆਨਸਰ ਕਿਹੜਾ ਹੈ, ਠੀਕ ਹੈ? ਤਾਂ ਇਹ ਤੁਹਾਡੀ ਸੀ 4.1 ਐਕਸਰਸਾਈਜ਼। ਨਾਓ ਲੈਟਸ ਮੂਵ ਟੁਵਰਡਸ 4.2 ਐਕਸਰਸਾਈਜ਼, ਦ ਏਰੀਆ ਆਫ ਅ ਟ੍ਰਾਇੰਗਲ। ਬੜੇ ਈਜ਼ੀ ਕੁਐਸਚਨਸ ਨੇ। ਉਹ ਡਿਟਰਮੀਨੈਂਟਸ ਚੈਪਟਰ ਦੀ ਸੈਕਿੰਡ ਐਕਸਰਸਾਈਜ਼ ਜਿਹੜੀ ਹੈਗੀ ਆ 4.2, that depends on this formula, the area of a triangle. So area of a triangle whose vertices are x1 y1 x2 y2 x3 y3 is given by in the determinant form, okay? x1 y1 1 x2 y2 1 x3 y3 1, इस फॉर्म च लिख लो, सॉल्व कर लो, you will get the answer। देखो एक वर्टिसेस वाला फार्मूला अपने को 9th क्लास ਵਿੱਚ ਵੀ ਹੈਗਾ ਸੀਗਾ, ਹੀਰੋਜ਼ ਫਾਰਮੂਲਾ, ਤਾਂ ਉਹ ਤਾਂ ਹੀਰੋ ਫਾਰਮੂਲੇ ਨਾਲ ਕੀਤਾ ਸੀ ਨਾ। ਹੁਣ ਚੈਪਟਰ ਹੈ ਡਿਟਰਮੀਨੈਂਟਸ ਦਾ, ਤਾਂ ਤੁਸੀਂ ਡਿਟਰਮੀਨੈਂਟ ਦੀ ਹੈਲਪ ਨਾਲ ਏਰੀਆ ਫਾਈਂਡ ਆਊਟ ਕਰਨਾ, ਰਾਈਟ? ਹੁਣ ਦੇਖੋ ਆ ਫਸਟ ਕੁਐਸਚਨ ਦੇ 3 ਪਾਰਟਸ ਨੇ, ਮੈਂ ਤੁਹਾਨੂੰ ਇੱਕ ਪਾਰਟ ਕਰਵਾ ਕੇ ਦਿਖਾ ਦਿੰਦਾ ਇਹਦੇ ਵਿੱਚੋਂ ਕਿਹੜਾ ਕਰਨਾ ਚਾਹੀਦਾ ਹੈ। ਸੈਕਿੰਡ ਕਰੀਏ, ਚਲੋ ਆ ਕਰਦੇ ਹਾਂ। ਤਾਂ ਏਰੀਆ ਆਏਗਾ 1/2, ਦਿਸ ਇਜ਼ x1 y1 x2 y2 x3 y3, एंड हेयर वी हैव 1, 3 क्रॉस 3 का एरिया आ गया, अपना डिटरमिनेंट आ गया। यू फाइंड आउट द एंड एक्सपैंड दिस एंड फाइंड आउट द वैल्यू ऑफ द एरिया, ओके? सो आप r1 तो एक्सपैंड कर रहे हैं, 2 एज इट इज, 1 -8 -7 1 -10, ठीक है, +1 8 -10, ओके? सो हियर वी हैव -7 into 2 -14 -9 63 into 7, ठीक है, और -2, ओके? ਤਾਂ 63 ਦੇ ਵਿੱਚ ਆਪਾਂ 16 ਮਾਈਨਸ ਕਰਨੇ ਹੈ, राइट? +47 आ जाएंगे, और यू हैव 47/2 स्क्वायर यूनिट्स एरिया। बोलो समझ आ गया कि नहीं, है ना? आप एब्सोल्यूट वैल्यू लेनी है, ऑलवेज टेक द पॉजिटिव वैल्यू, एब्सोल्यूट वैल्यू तुसी लेनी है, एरिया कैनॉट बी नेगेटिव। तो जदों तुसी एरिया कट रहे हो उदों तुसी नेगेटिव नहीं लेना। जिवें हुण थर्ड क्वेश्चन विच है, थर्ड क्वेश्चन विच के फाइंड आउट करना है। जदों तुसी के फाइंड आउट करना होवे और तुहानूं एरिया दिता होवे, then you will take the plus minus value, okay? See how। पहला आपां थर्ड क्वेश्चन ही कर लैंदे हैं, ठीक है, जिहदे विच आपां नूं एरिया दिता होया। तो फर्स्ट पार्ट ही कर लीए, है ना? फर्स्ट पार्ट करते हैं। तो एरिया यानी कि यदि वैल्यू अपन दी है 4, तो तुम इतने लिखोगे +-4, ओके? और फर्स्ट पॉइंट, सेकंड पॉइंट एंड थर्ड पॉइंट, हियर यू हैव 1 1 1 एंड दिस इज इक्वल टू एस +-4 नो आप राइट साइड पे लिख लेते हैं, राइट? द वैल्यू इज गिवन टू यू एज +-4,
ओके हुण इहनूं सॉल्व करते हैं तो R1 नाल ही कर लैंदे आ कि 0 - 2 ठीक है ये तो 0 है ही तो +1 8 इज इक्वल टू +4 ले लो और -4 ले लो तो कितना आ गया अपने को 2k + 8 इज इक्वल टू +4 2k + 8 इज इक्वल टू -4 सॉल्व करो फिर इनू है ना इतने सॉल्व कर लेने तो ये हो गया -12 इधर आ गया ना -8 है +4 है तो -4 हो गया तो k की वैल्यू आ गई +2 इधरों काट लो इनू इधर ले जाओ तो -2k इज इक्वल टू -12 k इज इक्वल टू +6 डिवाइड करके ठीक है दो वैल्यूज आ गया थोड़े द वैल्यूज ऑफ k आर 2 and 6 राइट मतलब क्या निकल रहा है कि ये दो वैल्यूज ने जिहदे नाल ਇਹਦਾ ਏਰੀਆ ਦੀ ਵੈਲਿਊ ਜਿਹੜੀ ਆ ਪਲੱਸ ਮਾਈਨਸ ਆਏਗੀ ਕੈਲਕੂਲੇਟ ਕਰਕੇ ਦੇਖ ਲਓ ਯੂ ਵਿਲ ਹੈਵ ਦਾ ਰਾਈਟ ਆਨਸਰ ਸਹੀ ਹੁਣ ਹੈ ਆਪਣੇ ਕੋਲ ਸੈਕਿੰਡ ਕੁਐਸਚਨ ਕਹਿ ਰਿਹਾ ਉਹ ਕਿ ਤੁਸੀਂ ਇਹ ਪ੍ਰੂਵ ਕਰਕੇ ਦਿਖਾਓ ਕਿ ਜਿਹੜੇ ਆ ਤੁਹਾਨੂੰ ਪੁਆਇੰਟਸ ਦਿੱਤੇ ਹੋਏ ਨੇ ਇਹ ਕੋਲੀਨੀਅਰ ਦਾ ਮਤਲਬ ਕੀ ਹੁੰਦਾ ਹੈ ਇੱਕ ਲਾਈਨ ਦੇ ਉੱਪਰ ਨੇ एक लाइन के ऊपर का मतलब क्या है कि अगर आप ऐसे तो ट्रायंगल बनाओगे तो ट्रायंगल का एरिया जो है वो 0 होएगा दैट मीन्स दिस इन अदर वर्ड्स इफ द एरिया ऑफ अ ट्रायंगल आर 0 then those triangles have the collinear points or in other words we can say the vertices of a triangle are on a line whose area is 0 ठीक है किसी भी ट्रायंगल का एरिया अगर 0 होवे तो ਉਹਦੇ ਜਿਹੜੇ वर्टिसेस होंगे एक लाइन के ऊपर होंगे देखो किवें प्रूव करते हैं ਆਪਾਂ ठीक है पहले वाला पॉइंट चक लो a b + c b c + a और c a + b 1 1 1 ਚਲੋ ਇਹਦੇ ਨਾਲ r1 ਨਾਲ ਹੀ ਅਪਰੋਚ ਕਰ ਲੈਣੇ ਆਪਾਂ ਐਕਸਪੈਂਡ ਕਰਦੇ ਹਾਂ ਰਾਈਟ ਇਹਨੂੰ ਇਹਦੇ ਨਾਲ ਮਲਟੀਪਲਾਈ c + a - b माइनस b + c ठीक है b - c और +1 ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਰਹੇ ਹਾਂ ਤਾਂ ਆ ਜਾਏਗਾ ab + b² और ਨਾਲ -c² - ca ਰਾਈਟ ਤਾਂ ਹੁਣ ਆ ਚੀਜ਼ ਤਾਂ ਕੱਟ ਗਈ ਇਹਨੂੰ ਇਹਦੇ ਨਾਲ ਮਲਟੀਪਲਾਈ ਕਰੋ ac - ab ਹੁਣ ਇਹਨਾਂ ਦੀ ਮਲਟੀਪਲਾਈ -b² + c² राइट और इत्थे आ गया ab + b² - c² - ca ਹੁਣ देखो की चीज़ आपस में कट रही है ठीक है अब b will cancel with this c will this ab with this ac with this सो एरिया कितना आ गया 0 तो अगर किसी ट्रायंगल का एरिया 0 होवे तो ਉਹਦੇ वर्टिसेस ਜਿਹੜੇ ਨੇ ਉਹ ਇੱਕ स्ट्रेट लाइन ਦੇ ਉੱਪਰ ਹੁੰਦੇ ਨੇ दैट मींस दोस पॉइंट्स आर वर्टिसेस आर कोलिनियर राइट थर्ड भी करवाता फोर्थ क्वेश्चन के दो पार्ट ने और दोनों पार्ट्स विच कह रहे हैं फाइंड द इक्वेशन ऑफ द लाइन ज्वाइनिंग 1 2 and 3 6 और दूसरी है दूसरा पार्ट जो है वो लाइन ज्वाइनिंग 3 1 and 9 3 राइट तो ये ਤੁਹਾਨੂੰ मैं एग्जांपल भी वैसे करवाई सी ਜਦੋਂ ਆਪਾਂ ਇਹਦੀ ਐਕਸਰਸਾਈਜ਼ ਕੀਤੀ ਸੀਗੀ ਜਦੋਂ ਆਪਾਂ ਇਹਦਾ ਏਰੀਆ ਦਾ ਟੌਪਿਕ ਕੀਤਾ ਸੀਗਾ ਤੇ ਡਿਟਰਮੀਨੈਂਟ ਦੀ ਹੈਲਪ ਨਾਲ ਆਪਾਂ ਕਿਵੇਂ ਕਰਾਂਗੇ ਦੇਖੋ ਲਾਈਨ ਬਣਾ ਰਹੇ ਹਾਂ ਨਾ ਤਾਂ ਡਿਟਰਮੀਨੈਂਟ ਕਿੰਨਾ ਆਏਗਾ ਲਾਈਨ ਦੇ ਲਈ 0 ਹੁੰਦਾ ਨਾ ਕੋਲੀਨੀਅਰ ਪੁਆਇੰਟ ਦੇ ਉੱਪਰ ਤਾਂ ਤੁਸੀਂ ਪਹਿਲੇ ਡਿਟਰਮੀਨੈਂਟ ਕੱਢ ਲਓ ਯਾਨੀ ਕਿ ਡਿਟਰਮੀਨੈਂਟ ਆਪਾਂ ਨੂੰ ਦਿੱਤਾ ਹੋਇਆ ਹੈ ਕਿ 0 ਹੈ ਤਾਂ ਇੱਥੇ ਫਸਟ ਪੁਆਇੰਟ ਲਿਖੋ 1 2 ਸੈਕੰਡ ਪੁਆਇੰਟ 3 6 और ਇੱਥੇ ਇੱਕ ਥਰਡ ਪੁਆਇੰਟ ਮੰਨ ਲਓ ਹੈ ਨਾ ਟ੍ਰਾਇੰਗਲ ਲੈ ਰਹੇ ਨਾ ਤਾਂ ਇੱਥੇ ਇੱਕ P ਪੁਆਇੰਟ ਮੰਨ ਲਿਆ ਉਹਦੇ ਕੋਆਰਡੀਨੇਟਸ ਕਿੰਨੇ ਨੇ xy दूसरे कितने हैं 1 2 और तीसरा केड़ा है 3 6 राइट तीन पॉइंट तो बनाने हैं ताई ट्रायंगल बनेगी डिटरमिनेंट की हेल्प नाल बना रहे हैं तो इत्थे xy ले लो इक्वेशन बनानी है तो ਉਹਦੇ ਵਿੱਚ वेरिएबल्स ਤਾਂ ਹੋਣੇ ਚਾਹੀਦੇ ਨੇ ਇੱਥੇ 1 1 1 ਹੁਣ डिटरमिनेंट इज 0 नाउ सॉल्व दिस विद हेल्प ऑफ r1 ठीक है 1 एज इट इज 6 minus y minus 2 3 minus x और 1 3y माइनस 6x और इक्वल टू 0 तो 0 की वैल्यू आप दिखता है ना क्योंकि लाइन है ठीक है तो कितना आया 6 माइनस वाई माइनस 6 प्लस 2x प्लस 3y माइनस 6x इज इक्वल टू 0 ਹੁਣ ਇਹਨੂੰ ਸੋਲਵ ਕਰ ਲਓ ਤੁਹਾਡੇ ਕੋਲ ਆ ਜਾਏਗਾ ਆ 6 ਤਾਂ ਕੈਨਸਲ ਹੋ ਗਿਆ ਠੀਕ ਹੈ
और अपने को आ गया -4x + 2y इज इक्वल टू 0। 2 विल कैंसिल आउट, माइनस आल्सो टेक द कॉमन, -2 कॉमन कर लो ना, कहने का मतलब है 2x - y इज इक्वल टू 0। दिस इज द इक्वेशन ऑफ अ लाइन y इज इक्वल टू 2x, रिक्वायर्ड इक्वेशन ऑफ द स्ट्रेट लाइन। ठीक है, पासिंग थ्रू दिस एंड दिस। नाउ लेट्स स्टार्ट विद एक होर मल्टीपल क्वेश्चन हैगा है 5th क्वेश्चन। मल्टीपल चॉइस क्वेश्चनस ने देखो, मल्टीपल चॉइस क्वेश्चनस आजकल ਦਾ ਸਿਲੇਬਸ ਦੇ ਅਕੋਰਡਿੰਗ ਜੋ ਆਪਾਂ ਨੂੰ ਐਗਜ਼ਾਮੀਨੇਸ਼ਨ ਵਿੱਚ ਆਉਂਦਾ ਹੈ ਤਾਂ ਪਾਸਿੰਗ ਮਾਰਕਸ ਤਾਂ ਉੱਥੇ ਹੀ ਹੋ ਜਾਂਦੇ ਨੇ। ਬਟ ਲੈਟ ਮੀ ਗਿਵ ਯੂ ਅ ਸੁਜੈਸ਼ਨ, ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਟੂਰ ਸਰ ਦੇ ਸਟੂਡੈਂਟਸ ਜਿਹੜੇ ਨੇ ਉਹ ਸਿਰਫ ਪਾਸਿੰਗ ਮਾਰਕਸ ਬਾਰੇ ਨਹੀਂ ਸੋਚਦੇ, ਟੌਪ ਆਉਣ ਬਾਰੇ ਸੋਚਦੇ ਆ। ਉਹ ਪਤਾ ਨਾ ਤੁਹਾਨੂੰ ਇਸ ਗੱਲ ਦਾ। ਚਲੋ, ਤਾਂ ਇਸ ਕਰਕੇ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਵੱਧ ਕੁਐਸਚਨ ਕਰਨੇ ਚਾਹੀਦੇ ਨੇ। NCERT ਦੀ ਬੁੱਕ ਤੋਂ ਇਲਾਵਾ ਵੀ ਅਗਰ ਤੁਹਾਨੂੰ ਜਿਹੜੀ ਕੋਈ ਪ੍ਰਾਈਵੇਟ ਪਬਲਿਸ਼ਰ ਦੀ ਕੋਈ ਬੁੱਕਸ ਨੇ ਉਹਦੇ ਵਿੱਚੋਂ ਵੀ ਕੁਐਸਚਨਸ ਕਰੋ। ਆਈ ਐਮ ਰੈਡੀ ਟੂ ਹੈਲਪ ਯੂ। ਇਫ ਯੂ ਆਰ ਫੇਸਿੰਗ ਐਨੀ ਡਿਫਿਕਲਟੀ, ਡੋਂਟ ਵਰੀ, ਗਿਵ ਮੀ ਅ ਕਾਲ, ਗਿਵ ਮੀ ਅ WhatsApp ਕਾਲ। ਆਪਾਂ ਦੇਖੋ ਜੋ ਸਟੂਡੈਂਟਸ ਸੀਰੀਅਸਲੀ ਇੰਟਰਸਟਿਡ ਨੇ ਕਿ ਸਰ ਮੈਂ ਤਾਂ ਜੀ ਟੌਪ ਕਰਨਾ ਚਾਹਨਾ ਐਟਲੀਸਟ ਇਨ ਮੈਥਮੈਟਿਕਸ, ਠੀਕ ਹੈ, ਔਰ ਮੈਥਮੈਟਿਕਸ ਦਾ ਬੇਸ ਹੈ ਸਾਰੇ ਐਗਜ਼ਾਮੀਨੇਸ਼ਨ ਦਾ, ਓਕੇ ਠੀਕ ਹੈ ਨਾ। ਤਾਂ ਅਗਰ ਤੁਸੀਂ ਟੌਪ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ, ਆਈ ਵਿਲ ਗਿਵ ਯੂ ਅ ਫ੍ਰੀ ਜ਼ੂਮ ਕਾਲ। ਸਬਸਕ੍ਰਾਈਬ ਤੁਸੀਂ ਕੀਤਾ ਹੀ ਹੋਣਾ ਹੈ, ਸਬਸਕ੍ਰਾਈਬ ਕਰੋ, ਮੈਸੇਜ ਕਰੋ ਔਰ ਸੀਰੀਅਸਲੀ ਮੈਨੂੰ ਦੱਸੋ ਕਿ ਸਰ ਮੈਂ ਤਾਂ ਨਾ ਜੀ ਜ਼ੂਮ ਕਲਾਸ ਲਗਾਉਣਾ ਚਾਹੁੰਦਾ। ਆਈ ਵਿਲ ਡੈਫੀਨੇਟਲੀ ਗਿਵ ਯੂ। ਜ਼ਰੂਰੀ ਨਹੀਂ ਹੈ ਕਿ ਉਹ NCERT ਦਾ ਕੁਐਸਚਨ, NCERT ਦੀ ਬੁੱਕ ਵਿੱਚੋਂ ਕੁਐਸਚਨ ਹੈ ਕਿ ਨਹੀਂ ਹੈ। ਯੂ ਕੈਨ ਆਸਕ ਐਨੀ ਕੁਐਸਚਨ, ਯੂ ਕੈਨ ਆਸਕ ਐਨੀ ਪ੍ਰੋਬਲਮਸ, ਨੋ ਪ੍ਰੋਬਲਮ। ਠੀਕ ਹੈ, ਟੌਪ ਆਣਾ ਹੈ ਆਪਾਂ, ਇਹ ਗੱਲ ਧਿਆਨ ਰੱਖਣਾ ਹੈ। 5th ਕੁਐਸਚਨ ਵਿੱਚ ਕਹਿ ਰਿਹਾ ਉਹ ਇਫ ਏਰੀਆ ਆਫ ਅ ਟ੍ਰਾਇੰਗਲ ਇਜ਼ 35 ਸਕੁਅਰ ਯੂਨਿਟਸ ਵਿਦ ਵਰਟਿਸਿਸ 2 - 6 5 4 K 4। देखो ये वही क्वेश्चन आ गया था, हमने जो 3rd क्वेश्चन करवाया है। K की वैल्यू पता करने वास्ते क्या है ना वो, है ना, तो मैं की क्या तुहानू जो K की वैल्यू पता करनी होगी तो जो डिटरमिन अपना एरिया दिता हुआ है, जिवें एरिया दे विच 35 स्क्वेयर यूनिट दिता हुआ है, तो तुसीं 35 स्क्वेयर यूनिट प्लस माइनस लिख लो और K की 2 वैल्यूज कटो, राइट। तो 5th क्वेश्चन में 4 ਉਹਦੇ चॉइसेस दिते हुए हैं, तो राइट चॉइस तुसीं कट लो। ਉਹਦੇ ਵਿੱਚ ईजी है, करके देखना, नहीं आता कोई प्रॉब्लम नहीं है, आपां सॉल्व करांगे। सो लेट्स मूव टूवर्ड्स 4.3 ਕੋਫੈਕਟਰਸ ਦਾ ਟੌਪਿਕ ਆਪਾਂ ਕਰ ਲਿਆ ਸੀ ਨਾ, ਹੈ ਨਾ, ਮਾਈਨਸ ਕੱਢਣੇ ਵੀ ਆਪਾਂ ਸਿੱਖ ਲਏ ਸੀਗੇ। ਤਾਂ 4.3 ਦੇ ਹੁਣ ਆਪਾਂ ਕੁਐਸਚਨਸ ਕਰਦੇ ਹਾਂ, ਕੁਝ ਹੋਰ ਕੁਐਸਚਨ ਕਰ ਲੈਂਦੇ ਹਾਂ। ਵੈਸੇ ਤਾਂ ਜਿਨ੍ਹਾਂ ਨੇ ਐਕਸਰਸਾਈਜ਼ ਨੂੰ ਸਮਝਿਆ ਸੀਗਾ, ਜਿਨ੍ਹਾਂ ਨੇ ਆਪਣੇ ਟੌਪਿਕ ਨੂੰ ਸਮਝਿਆ ਸੀ ਔਰ ਉਹਨਾਂ ਤੋਂ ਰਿਲੇਟਡ ਜਿਹੜੇ ਕੁਐਸਚਨਸ ਕੀਤੇ ਸੀ ਉਹਨਾਂ ਨੇ, ਮੈਂ ਐਗਜ਼ਾਮਪਲਸ ਕਰਵਾਈਆਂ ਸੀਗੀਆਂ, ਤਾਂ ਫਿਰ ਇਹ ਐਕਸਰਸਾਈਜ਼ ਤਾਂ ਬੜੀ ਈਜ਼ੀ ਹੈ। ਤਾਂ ਆਪਾਂ ਇਹਨਾਂ ਦੇ ਮਾਈਨਰਸ ਕੱਢਦੇ ਹਾਂ। ਪਹਿਲੇ ਮਾਈਨਰ ਮੈਂ ਤੁਹਾਨੂੰ ਕੀ ਦੱਸਿਆ ਸੀ, 2 ਆਰਡਰ ਦੇ ਵਿੱਚ, ਜਿਵੇਂ ਮੰਨ ਲਓ 1 ਐਲੀਮੈਂਟ ਤਾਂ ਉਹਦੇ ਸਾਹਮਣੇ ਵਾਲਾ, 1 ਐਲੀਮੈਂਟ ਉਹਦੇ ਸਾਹਮਣੇ ਵਾਲਾ, 2 ਐਲੀਮੈਂਟ ਉਹਦੇ ਸਾਹਮਣੇ ਵਾਲਾ ਔਰ 2 ਐਲੀਮੈਂਟ ਉਹਦੇ ਅਪੋਜ਼ਿਟ। ਠੀਕ ਹੈ, ਤਾਂ ਪਹਿਲੇ ਆਪਾਂ ਮਾਈਨਰਸ ਕੱਢ ਲੈਂਦੇ ਹਾਂ। ਫਸਟ ਕੁਐਸਚਨ, ਫਸਟ ਪਾਰਟ, ਮਾਈਨਰ ਨੂੰ ਆਪਾਂ M ਨਾਲ ਡਿਨੋਟ ਕਰਦੇ ਹਾਂ ਔਰ ਕੋਫੈਕਟਰਸ ਨੂੰ A ਨਾਲ, ਰਾਈਟ। ਤਾਂ M11 ਦਾ ਮਤਲਬ ਹੈ ਫਸਟ ਪੋਜੀਸ਼ਨ ਦੇ ਉੱਪਰ ਜਿਹੜਾ ਐਲੀਮੈਂਟ ਹੈ ਉਹਦਾ ਮਾਈਨਰ ਆਪਾਂ ਕੱਢ ਰਹੇ ਹਾਂ। ਤਾਂ M11 ਇਜ਼ 3, ਠੀਕ ਹੈ। M12 ਤੇ ਐਲੀਮੈਂਟ ਕਿਹੜਾ ਹੈ -4, ਲੇਕਿਨ ਉਹ ਮਾਈਨਰ ਕਿਹੜਾ ਆਏਗਾ ਉਹਦੇ ਸਾਹਮਣੇ ਵਾਲਾ। M21 माइनर एट 2-1 पोजीशन, ठीक है। तो 2-1 पोजीशन दे एलिमेंट का 0 है, लेकिन माइनर हो जाएगा -4। और M22 इज एलिमेंट है 3, राइट, क्योंकि A22 लिख सकते हैं, A22 इज 3, सो माइनर इज अपोजिट टू दैट इज 2। हुन को ए दा हो गए माइनर्स, तो कोफैक्टर्स कढने होण तो जेड़े तुसी माइनर कढे ने ना उन्हां दे नाल पोजीशन लगा दो बस। पोजीशन -1 की पावर करके पोजीशन ऐड कर दो, उन्होंने मल्टीप्लाई कर दो। तो A11 कर रहे हैं, तो पोजीशन केड़ी सी दी 1 + 1 इंटू माइनर M11, तो कितना आ गया -1 पावर 2 है, तो 3 ही आ गया फिर, है ना। फिर A12 काट लो, -1 पोजीशन 1 + 2 और एलिमेंट है 0, ठीक है, तो कितना आ गया 0। A21 माइनर की पोजीशन है 2 + 1, तक कोफैक्टर ऊपर -1 पावर आ जाएगी और वैल्यू सी की -4, तो इथों -1 इथों -1 तो +4। A22 काट लो, A22 के ऊपर है -1 2 + 2 और वैल्यू है M22 की वैल्यू 2 है, तो इतने आ जाएगा 2। तो ये आ गए माइनर्स और कोफैक्टर्स। सिमिलरली फॉर दिस हुण आ जाओ 3 ऑर्डर की, आ कर लो, यहाँ कर लो, कोई चक्कर नहीं है। चलो सेकंड कर देना मैं, ठीक है।
ਥਰਡ ਆਰਡਰਸ ਦੇ ਆਪਾਂ ਨੂੰ ਮਾਈਨਸ ਮੈਂ ਤੁਹਾਨੂੰ ਸਿਖਾਇਆ ਸੀਗਾ ਜਿਵੇਂ ਆਪਾਂ ਡਿਟਰਮੀਨੈਂਟ ਕੱਢਦੇ ਹਾਂ ਬਟ ਨਾਲ ਐਲੀਮੈਂਟ ਮਲਟੀਪਲਾਈ ਨਹੀਂ ਕਰਨਾ ਉਸ ਪੋਜੀਸ਼ਨ ਵਾਲਾ ਬਸ ਪੋਜੀਸ਼ਨ ਦੇ ਅਕੋਰਡਿੰਗ ਆਪਾਂ ਮਾਈਨਰ ਡਿਟਰਮੀਨੈਂਟ ਚੂਜ਼ ਕਰ ਲੈਣੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਮਾਈਨਸ ਕੱਢਦੇ ਹਾਂ ਰਾਈਟ ਆ ਮਾਈਨਸ ਕੱਢ ਰਹੇ ਹਾਂ ਸਾਰੇ ਕੱਢਨੇ ਪੈਣਗੇ ਕਿਉਂਕਿ 9 ਐਲੀਮੈਂਟਸ ਨੇ ਤਾਂ M11 ठीक है आ गया 5 -1 1 2 10 प्लस 1 11 अच्छा A11 की आ जाएगा फिर यदि पोजीशन नाल लावांगे ना -1 पावर 1 प्लस 1 और नाल 11 तो कितना आ गया 11 ही आ गया हुन M12 करते हैं M12 राइट एलिमेंट है 0 लेकिन ਉਹਦੇ ਨੀਚੇ ਕਾਲਮ ਉਹਦੇ ਸਾਹਮਣੇ ਰੋ ਜਿਹੜੀਆਂ ਡਿਲੀਟ ਕਰਕੇ ਬਾਕੀ ਜੋ ਬਚਿਆ ਉਹ ਉਹਦਾ ਮਾਈਨਰ ਆ ਗਿਆ ਤਾਂ 6 ਆ ਗਿਆ ਤਾਂ A12 ਕਿੰਨਾ ਆ ਜਾਏਗਾ ਫਿਰ A12 ਆ ਜਾਏਗਾ -6 क्यों क्योंकि ਇਹਦੀ ਪੋਜੀਸ਼ਨ ਜੋ ਹੈ ऑड है राइट -1 पावर 1 + 2 हो जाएगा M13 कर लो 13 मींस 4 और आ जाएगा ਤੁਹਾਡੇ ਕੋਲ ਤਾਂ 3501 है ना 3 ਦੇ सामने रो डिलीट करनी है नीचे वाली कॉलम ठीक है तो आ अपने को बचेगा कितना आया 3 तो A13 कितना आ जाएगा फिर A13 पोजीशन इवन है तो 3 का 3 रहेगा आ पकड़ रहे हैं माइनर आ पकड़ रहे हैं नाल नाल कोफैक्टर्स तो चलो मैं तुम सारे करके दिखावा फिर है ना 3 तो मैं करते आ देखो 2 1 2 1 आ चीज़ आ भी गया आ गया अपने को 0 4 1 2 हम फटाफट डायरेक्ट कर देने ये आ गया -4 और A21 कितना आया वो नाल पोजीशन मल्टीप्लाई कर रहे हैं ना आप -1 की पावर दे तौर के ऊपर तो +4 आ जाएगा M22 कर लो फिर 22 आ भी खत्म आ गया अपने को 1402 1402 ठीक है आ भी कितना बनया 2 ठीक है तो A22 कितना आ गया वो भी 2 2 3 ਵਿੱਚ ਆ ਡਿਲੀਟ तो कितना आया 1001 ठीक है 1 और A23 कितना आ जाएगा -1 क्योंकि पोजीशन ऑड है राइट चलो हम लास्ट भी काट ही देने हैं M31 आ चीज़ खत्म 0 4 5 -1 राइट 0 -20 तो A31 कितना आ जाएगा वो भी -20 क्योंकि पोजीशन का इवन ही है ठीक है अब -1 की पावर जब लगावांगे तो इवन पावर रहेगी साइन वही रहेगा M32 कर रहे हैं आ चीज़ खत्म ये आ जाएगा 1 4 3 -1 आ ले रहे हैं अपना एलिमेंट एदा 1 4 3 -1 -1 -12 -13 तो A13 कितना आ जाएगा A32 आएगा ऑड पोजीशन है ना तब +13 आ जाएगा लास्ट कर रहे हैं M33 ठीक है आ वाला 1035 5 आ गया ओनली तो A3 कितना आ गया A33 और भी 5 आ गया दीज आर माइनस एंड कोफैक्टर्स अच्छा जरा थर्ड क्वेश्चन है ना वो मैं तेनों अलग नहीं करके दिखाता वो कहता की है कहता यूजिंग कोफैक्टर्स ऑफ द एलिमेंट्स ऑफ सेकंड रो ਦੇ ਕੋਫੈਕਟਰਸ ਕੱਢੋ ਉਹ ਕਹਿ ਰਿਹਾ ਹੈ ਫਿਰ ਡਿਟਰਮੀਨੈਂਟ ਕੱਢੋ ਡਿਟਰਮੀਨੈਂਟ ਕੱਢਣ ਦਾ ਇੱਕ ਤਰੀਕਾ ਹੁੰਦਾ ਹੈ ਵੀ ਤੁਸੀਂ ਕਿਸੇ ਵੀ ਰੋ ਕਾਲਮ ਵਾਈਜ਼ ਕਿਸੇ ਇੱਕ ਰੋ ਜਾਂ ਕਾਲਮ ਵਾਈਜ਼ ਤੁਸੀਂ ਉਹਨੂੰ ਐਕਸਪੈਂਡ ਕਰ ਦਿਓ ਨਾਲ ਐਲੀਮੈਂਟਸ ਨੂੰ ਮਲਟੀਪਲਾਈ ਕਰ ਦਿਓ ਤਾਂ ਆਨਸਰ ਆ ਜਾਏਗਾ ਲੇਕਿਨ ਉਹ ਕਹਿ ਰਿਹਾ ਸਿਰਫ ਪਹਿਲੇ ਤਾਂ ਕੋਫੈਕਟਰਸ ਕੱਢੋ ਫਾਰਮੂਲਾ ਕੀ ਹੁੰਦਾ ਹੈ ਫਾਰਮੂਲਾ ਇਹ ਹੁੰਦਾ ਹੈ ਕਿ ਤੁਸੀਂ ਮੰਨ ਲਓ ਜਿਵੇਂ ਹੁਣ ਆਪਾਂ ਸੈਕੰਡ ਰੋ ਕੱਢ ਰਹੇ ਹਾਂ ਨਾ ਸੈਕੰਡ ਰੋ ਦੇ ਤਾਂ ਸੈਕੰਡ रो की पोजीशन कितनी है A21 पहले वाले एलिमेंट की ठीक है और कोफैक्टर कितना आएगा 21 फिर A22 सेकंड रो काट रहे हैं ना तो फिर A22 प्लस A23 आ की है एलिमेंट और आ किहड़े ने कोफैक्टर्स जे फार्मूला की बनता है कि अगर कोफैक्टर्स नू कोरस्पोंडिंग एलिमेंट्स दे नाल मल्टीप्लाई कर दिता जाए then that value will give multiply करके add कर दिता जाए then you will get the value of the determinant ਹੁਣ ਮੈਂ ਤੁਸੀਂ ਇਹਨੂੰ ਤਾਂ ਸੋਲਵ ਕਰ ਲਿਓ ਠੀਕ ਹੈ ਇਹਦੇ ਵਿੱਚ ਆਪਾਂ ਕਿਵੇਂ ਕਰ ਸਕਦੇ ਹਾਂ ਜਿਵੇਂ ਅਗਰ ਆਪਾਂ ਸੈਕਿੰਡ ਰੋ ਹੀ ਮੰਨ ਲਓ ਆ ਹੀ ਲੈਣੀ ਹੈ ਔਰ ਇਹ ਡਿਟਰਮੀਨੈਂਟ ਨੂੰ ਸੋਲਵ ਕਰਨਾ ਹੈ ਤਾਂ ਆਪਾਂ ਕੀ ਕਰਾਂਗੇ
तीन एलिमेंट डिटरमिनेंट ਆਪਾਂ ਕਿਹੜਾ ਕੱਢ ਰਹੇ ਹਾਂ, ਇਹਦਾ ਕੱਢ ਰਹੇ ਹਾਂ ਹੁਣ, ਇਹਦਾ ਨਹੀਂ ਕੱਢ ਰਹੇ। ਤਾਂ ਐਲੀਮੈਂਟ ਕੀ ਹੈ 3, ਠੀਕ ਹੈ। 3 ਦਾ ਕੋਫੈਕਟਰ ਕਿਹੜਾ ਹੈ a21 ਦਾ, a21 ਦਾ ਕੋਫੈਕਟਰ ਹੈ 4, ठीक है। फिर आप एलिमेंट ले लिया 5 आ वाला, और 2 का कोफैक्टर कितना है 2, राइट। फिर आप एलिमेंट ले लिया a23, a23 का है -1, a23 एलिमेंट कितना है -1 और कोफैक्टर कितना है -1, राइट। कितना आ गया, ये आ गया आंसर 12 10 ते प्लस 23 आंसर आ गया। अगर तुम इन्हें डायरेक्ट भी करोगे ना तो भी 23 आएगा। किसी एक करोड़ जिम्मे मर्जी करके देख लो, करके देखिए। चलो तुम ये भी मैं करके दिखा देना। ये तो हो गया अपना एंड, राइट। इतने मैं छोटा जहा फटाफट ऐसे ही डिटरमिनेंट का आंसर करके देखते हैं, राइट। सैकेंड का सैकेंड पार्ट डिटरमिनेंट सॉल्व कर रहे हैं। फर्स्ट रो तो कर रहे हैं, ये तो आप सैकेंड रो तो करके दिखाया ना थानू, फर्स्ट रो तो करके दिखाने हैं। 1 एज इट इज 10 + 1 11 और हो गया 0, ठीक है। हम 0 ने 0 करेंगे तो कुछ भी आ जाएगा, 0 ही आएगा। 4 3, ठीक है। आ गया 11 ते 12 कितना हो गया 23, आ भी 23, राइट। तो फार्मूला की बनता है कि कोरस जिन्ने भी एलिमेंट्स ਦੀ ਆਪਾਂ ਕੋਫੈਕਟਰ ਕਰਦੇ ਆ ਉਹਨਾਂ ਦੇ ਕੋਰਸਪੋਂਡਿੰਗ ਐਲੀਮੈਂਟਸ ਨਾਲ ਮਲਟੀਪਲਾਈ ਕਰ ਦਿੱਤਾ ਜਾਵੇ, ਦੈਨ ਯੂ ਵਿਲ ਗੈਟ ਦਾ ਵੈਲਿਊ ਆਫ ਦ ਡਿਟਰਮੀਨੈਂਟ। ਔਰ ਸੇਮ ਇਹਦਾ ਤੁਹਾਨੂੰ 1 ਨੰਬਰ ਦਾ ਕੁਐਸਚਨ ਵੀ ਆਇਆ ਹੋਇਆ ਹੈ ਐਸੇ ਐਕਸਰਸਾਈਜ਼ ਦੇ ਵਿੱਚ 4.3 ਐਕਸਰਸਾਈਜ਼ ਦੇ ਵਿੱਚ ਆਖਰੀ ਕੁਐਸਚਨ ਹੈ 5th ਕੁਐਸਚਨ। ਧਿਆਨ ਨਾਲ ਦੇਖੋ, ਉਹ ਕਹਿ ਰਿਹਾ ਇਫ ਡਿਟਰਮੀਨੈਂਟ ਇਜ਼ a11 a12 a13 21 22 23 31 32 33 then and aij are the cofactors of aij, then ਇਹ 4 ਤੁਹਾਨੂੰ ਪਾਰਟ ਦਿੱਤੇ ਹੋਏ ਨੇ, 4 ਮਲਟੀਪਲ ਚੋਇਸ ਕੁਐਸਚਨਸ ਨੇ। ਉਹ ਕਹਿੰਦਾ ਕਿਹੜਾ ਠੀਕ ਹੈ। ਤਾਂ ਦੇਖੋ ਫਸਟ ਪਾਰਟ ਹੈ, ਉਹਦੇ ਵਿੱਚ a11 ਜੋ ਹੈ ਉਹ ਕੋਫੈਕਟਰ ਨਾਲ ਮਲਟੀਪਲਾਈ ਹੈ a31 ਨਾਲ, ਤਾਂ ਕੋਰਸਪੋਂਡਿੰਗ ਤਾਂ ਨਾ ਹੋਇਆ ਨਾ ਕੋਫੈਕਟਰ। b ਵਿੱਚ a11 ਕੋਫੈਕਟਰ a11 ਨਾਲ ਮਲਟੀਪਲਾਈ ਹੈ, a12 21 ਫੈਕਟਰ ਨਾਲ ਮਲਟੀਪਲਾਈ, ਇਹ ਵੀ ਕੋਰਸਪੋਂਡਿੰਗ ਨਾ ਹੋਇਆ। c ਪਾਰਟ ਦੇ ਵਿੱਚ ਐਲੀਮੈਂਟ 21 ਹੈ ਔਰ ਕੋਫੈਕਟਰ a11 ਹੈ, ਤਾਂ ਇਹ ਵੀ ਨਾ ਹੋਇਆ। d ਪਾਰਟ ਦੇਖੋ a11 a11 a21 a21 a31 a31, so d is the right answer, right। so this is your exercise 4.3। so इस लेक्चर में जितना ही 4.1 4.2 और 4.3, ठीक है। 4.4 और 4.5 जो है और मिसलीनियस एक्सरसाइज जो है वो ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ, ਓਕੇ ਜੀ। ਤਾਂ ਤੁਸੀਂ ਇਹਨੂੰ ਮੈਂ ਤੁਹਾਨੂੰ ਹੁਣੇ ਵੀ ਜਿਵੇਂ ਕਿਹਾ ਸੀਗਾ ਕਿ ਸਿਰਫ NCERT ਦੇ ਕੁਐਸਚਨਸ NCERT ਵਾਲੀ ਬੁੱਕ ਦੇ ਹੀ ਕੁਐਸਚਨ ਨਾ ਕਰੋ, ਕੋਈ ਪ੍ਰਾਈਵੇਟ ਪਬਲੀਕੇਸ਼ਨ ਦੇ ਵਿੱਚ ਵੀ ਤੁਹਾਨੂੰ ਅਗਰ ਕੁਐਸਚਨਸ ਮਿਲਦੇ ਨੇ, ਡਿਫਰੈਂਟ ਕੁਐਸਚਨਸ ਮਿਲਦੇ ਨੇ, ਗੋ ਅਹੈਡ and make your practice very strong. I am with you, okay, see you next time.